जी आਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਇੰਗਲਿਸ਼ ਦੀ ਬੁੱਕ ਇੰਗਲਿਸ਼ ਲਿਟਰੇਚਰ ਬੁੱਕ ਲੈਸਨ ਨੰਬਰ 4 ਦੀ ਡਾਈਂਗ ਡਿਟੈਕਟਿਵ ਉਸ ਦੇ ਅਗਲੇ 10 ਕੁਐਸਚਨਸ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਲਓ, ਸਾਰੇ ਆਨਸਰਸ ਨੂੰ ਨੋਟ ਡਾਊਨ ਕਰ ਲਓ ਤੇ ਐਕਸਪਲੇਨੇਸ਼ਨ ਨੂੰ ਬੜੇ ਧਿਆਨ ਦੇ ਨਾਲ ਸੁਣੋ, ਪਰ ਮਗਰੋਂ ਦੀ ਇਹਨਾਂ ਸਾਰੇ ਆਨਸਰਸ ਨੂੰ ਬਿਨਾਂ ਦੇਖੇ ਘੱਟ ਤੋਂ ਘੱਟ ਇੱਕ ਵਾਰੀ ਲਿਖਣ ਦਾ ਅਭਿਆਸ ਤੁਸੀਂ ਜ਼ਰੂਰ ਕਰਨਾ ਹੈ। ਸੋ ਸ਼ੁਰੂ ਕਰੀਏ। ਕੁਐਸਚਨ ਨੰਬਰ 11, Why did Watson not come back with Smith? अर्थात वाटसन स्मिथ ਦੇ ਨਾਲ ਉਹਨੂੰ ਨਾਲ ਲੈ ਕੇ ਵਾਪਸ ਕਿਉਂ ਨਹੀਂ ਆਇਆ। ਸੋ ਜਵਾਬ ਹੈ ਵਾਟਸਨ did not come back with Smith because ਕਿਉਂਕਿ ਹੋਮਸ had especially ਮੈਨੇ ਉਚੇਚੇ ਤੌਰ ਤੇ told him to do so, ਉਹਨੂੰ ਖਾਸ ਤੌਰ ਤੇ ਇਦਾਂ ਕਿਹਾ ਸੀਗਾ, ਹਿਦਾਇਤ ਦਿੱਤੀ ਸੀ। ਜਦੋਂ ਉਹਨੇ ਕਿਹਾ ਕਿ ਮੈਂ ਸਮਿਥ ਨੂੰ ਨਾਲ ਲੈ ਕੇ ਆਵਾਂਗਾ, ਵਾਟਸਨ ਨੇ ਕਿਹਾ ਤੇ ਵਾਟਸਨ ਨੇ ਉਹਨੂੰ ਹੋਮਸ ਨੇ ਕਿਹਾ ਵਾਟਸਨ ਨੂੰ ਨਹੀਂ, ਤੂੰ ਉਹਨੂੰ ਨਾਲ ਲੈ ਕੇ ਨਹੀਂ ਆਣਾ, ਤੂੰ ਉਹਨੂੰ ਪਰਸੂਏਡ ਕਰਨਾ ਹੈ ਕਿ ਉਹ ਮੇਰੇ ਕੋਲ ਆਵੇ, ਪਰ ਤੂੰ ਉਸ ਤੋਂ ਪਹਿਲੇ ਹੀ ਆ ਜਾਣਾ ਹੈ। ਉਹਨੂੰ ਨਾਲ ਲੈ ਕੇ ਨਹੀਂ ਆਣਾ, ਉਸ ਤੋਂ ਪਹਿਲੇ ਪਹੁੰਚ ਜਾਣਾ ਹੈ। ਠੀਕ ਹੈ। ਸੋ ਕੁਐਸਚਨ ਨੰਬਰ 12, what did Smith ask Watson when he finally met him? ਅਰਥਾਤ ਜੋ ਕਲਵਰਟਨ ਸਮਿਥ ਸੀਗਾ ਉਹਨੇ ਵਾਟਸਨ ਨੂੰ ਕੀ ਪੁੱਛਿਆ ਜਦੋਂ ਉਹ ਫਾਈਨਲੀ ਓੜਕ ਉਹਨੂੰ ਮਿਲਿਆ। ਠੀਕ ਹੈ। ਸੋ ਸਮਿਥ ਆਸਕਡ ਵਾਟਸਨ if he had come from Sherlock Holmes, ਸਮਿਥ ਜਦ ਵਾਟਸਨ ਨੂੰ ਮਿਲਿਆ ਤੇ ਉਹਨੂੰ ਪੁੱਛਿਆ ਕਿ ਉਹ ਸ਼ਰਲਕ ਹੋਮਸ ਦੇ ਘਰੋਂ ਉਹਦੇ ਕੋਲੋਂ ਆ ਰਿਹਾ ਹੈ, ਐਂਡ ਹਾਊ ਹੋਮਸ ਵਾਸ, ਅਤੇ ਉਹਦਾ ਕੀ ਹਾਲ ਚਾਲ ਸੀ। ਵੀ ਤੂੰ ਉਹਦੇ ਕੋਲੋਂ ਆਇਆ, ਉਹਦਾ ਕੀ ਹਾਲ ਚਾਲ ਸੀ, ਕਿਉਂਕਿ ਉਹਨੂੰ ਪਤਾ ਹੈ ਕਿ ਉਹਨੇ ਉਹਨੂੰ ਜ਼ਹਿਰੀਲਾ ਡੱਬਾ ਆਈਵਰੀ ਬਾਕਸ ਸਪਰਿੰਗ ਵਾਲਾ ਭੇਜਿਆ ਸੀਗਾ ਜਿਹ 'ਚ ਇਨਫੈਕਸ਼ਨ ਸੀਗਾ ਤੇ ਉਹਨੂੰ ਬਿਮਾਰ ਕਰਨਾ ਚਾਹੁੰਦਾ ਸੀਗਾ ਤੇ ਉਹਨੂੰ ਟੋਹ ਲੈਣਾ ਚਾਹੁੰਦਾ ਸੀਗਾ ਵੀ ਉਹ ਉੱਤੇ ਅਸਰ ਹੋ ਰਿਹਾ ਹੈ ਬਿਮਾਰੀ ਦਾ ਕਿ ਨਹੀਂ ਹੋ ਰਿਹਾ। ਸੋ ਉਹਨੇ ਪੁੱਛਿਆ ਵੀ ਹਾਊ ਹੋਮਸ ਵਾਸ। So question number 13, did Smith go near Holmes to examine him? How do you know? अर्थात ਕੀ ਸਮਿਥ ਹੋਮਸ ਦੇ ਲਾਗੇ ਗਿਆ ਉਹਦੀ ਪੜਚੋਲ ਕਰਨ, ਉਹਨੂੰ ਐਗਜ਼ਾਮਿਨ ਕਰਨ, ਜਿਵੇਂ ਡਾਕਟਰ ਇੱਕ ਮਰੀਜ਼ ਨੂੰ ਦੇਖਦਾ ਹੈ ਕਿ ਉਹਦੇ ਲਾਗੇ ਗਿਆ। ਹਾਊ ਡੂ ਯੂ ਨੋ, ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਕਿ ਜੋ ਵੀ ਤੁਹਾਡਾ ਜਵਾਬ ਹੋਏਗਾ। ਸੋ ਜਵਾਬ ਹੈ ਨੋ, ਨਹੀਂ। ਸਮਿਥ ਡਿਡ ਨਾਟ ਗੋ ਨੀਅਰ ਹੋਮਸ ਟੂ ਐਗਜ਼ਾਮਿਨ ਹਿਮ, ਸਮਿਥ ਹੋਮਸ ਨੂੰ ਐਗਜ਼ਾਮਿਨ ਕਰਨ ਲਈ ਉਹਦੇ ਲਾਗੇ ਨਹੀਂ ਗਿਆ। ਕਿਉਂ? ਸਮਿਥ ਹਿਮਸੈਲਫ ਹੈਡ ਪਲਾਟਡ ਟੂ ਕਿਲ ਹੋਮਸ, ਕਿਉਂਕਿ ਸਮਿਥ ਨੇ ਤੇ ਆਪ ਹੀ ਹੋਮਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਪਲਾਟ ਦਾ ਮਤਲਬ ਹੁੰਦਾ ਹੈ ਛੜਯੰਤਰ ਕਰਨਾ, ਸਾਜ਼ਿਸ਼ ਕਰਨੀ। ਠੀਕ ਹੈ। ਐਂਡ ਵਾਂਟਡ ਹਿਮ ਟੂ ਡਾਈ, ਤੇ ਉਹ ਤਾਂ ਚਾਹੁੰਦਾ ਸੀ ਕਿ ਉਹ ਮਰ ਜਾਵੇ, ਉਹਨੂੰ ਬਚਾਉਣ ਥੋੜ੍ਹੀ ਆਇਆ ਸੀਗਾ। ਹੀ ਵਾਂਟਡ ਹਿਮ ਟੂ ਡਾਈ ਐਜ਼ ਹੋਮਸ ਨਿਊ, ਕਿਉਂ ਮਾਰਨਾ ਚਾਹੁੰਦਾ ਸੀ? ਕਿਉਂਕਿ ਹੋਮਸ ਨੂੰ ਇਸ ਗੱਲ ਦਾ ਪਤਾ ਸੀਗਾ that Smith had killed his nephew, ਕਿਉਂਕਿ ਸਮਿਥ ਨੇ ਆਪਣੇ ਭਤੀਜੇ ਜਾਂ ਭਾਣਜੇ ਦਾ ਕਤਲ ਕੀਤਾ ਸੀਗਾ ਤੇ ਇਸ ਗੱਲ ਦਾ ਹੋਮਸ ਨੂੰ ਪਤਾ ਸੀਗਾ ਤੇ ਉਹ ਚਾਹੁੰਦਾ ਸੀ ਕਿ ਹੋਮਸ ਮਰ ਜਾਵੇ ਤਾਂ ਕਿ ਉਹ ਜਿਹੜਾ ਹੋਮਸ ਇੱਕ ਸਬੂਤ ਸੀਗਾ ਜੋ ਉਹਦਾ ਪਰਦਾਫਾਸ਼ ਕਰ ਸਕਦਾ ਸੀ ਖੂਨ ਦਾ। ਸੋ ਇਸ ਕਰਕੇ ਉਹਨੂੰ ਠੀਕ ਨਹੀਂ ਕਰਨਾ ਚਾਹੁੰਦਾ ਸੀ, ਉਹ ਤੇ ਚਾਹੁੰਦਾ ਕਿ ਮਰੇ, ਤੇ ਉਹ ਉਹਦੇ ਇਸ ਕਰਕੇ ਨੇੜੇ ਉਹਦੇ ਨਹੀਂ ਗਿਆ ਉਹਨੂੰ ਐਗਜ਼ਾਮਿਨ ਕਰਨ। ਕੁਐਸਚਨ ਨੰਬਰ 14, who was Victor Smith? ਵਿਕਟਰ ਸਮਿਥ ਕੌਣ ਸੀ? what had happened to him and how, ਉਹਨੂੰ ਕੀ ਹੋਇਆ ਅਤੇ ਕਿਵੇਂ। ਸੋ ਵਿਕਟਰ ਸਮਿਥ ਵਾਜ਼ ਕਲਵਰਟਨ ਸਮਿਥਸ ਨੈਫਿਊ, ਜਿਹੜਾ ਵਿਕਟਰ ਸਮਿਥ ਸੀਗਾ ਉਹ ਕਲਵਰਟਨ ਸਮਿਥ ਦਾ ਭਤੀਜਾ ਜਾਂ ਭਾਣਜਾ ਸੀ। ਬੱਚਾ ਦੇਖੋ ਇੱਥੇ ਹੁਣ ਕਿੰਨੀ ਕਮਾਲ ਦੀ ਗੱਲ ਹੈ, ਸਾਡੀ ਪੰਜਾਬੀ ਬੋਲੀ ਕਿੰਨੀ ਮਹਾਨ, ਕਿੰਨੀ ਵਿਸ਼ਾਲ ਹੈਗੀ ਹੈ। ਸਾਡੇ ਵਿੱਚ ਜਿਹੜਾ ਭਰਾ ਦਾ ਮੁੰਡਾ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਨੇ ਭਤੀਜਾ, ਤੇ ਜਿਹੜਾ ਭੈਣ ਦਾ ਮੁੰਡਾ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਭਾਂਜਾ, ਪਰ ਅੰਗਰੇਜ਼ੀ ਦੇ ਵਿੱਚ ਇਕੱਲਾ ਇੱਕੋ ਹੀ ਸ਼ਬਦ ਹੈ ਨੈਫਿਊ। ਹੁਣ ਨੈਫਿਊ ਪਤਾ ਨਹੀਂ ਲੱਗਦਾ ਕਿ ਭਤੀਜਾ ਹੈ ਜਾਂ ਭਾਣਜਾ। ਸੋ ਫਿਰ ਅੱਗੇ ਪੁੱਛਣਾ ਪੈਂਦਾ ਅੱਛਾ ਵਿਚ ਨੈਫਿਊ, ਯੂ ਨੋ ਔਨ ਦੀ ਪੈਟਰਨਲ ਸਾਈਡ। ਪੈਟਰਨਲ ਸਾਈਡ ਦਾ ਮਤਲਬ ਹੁੰਦਾ ਵੀ ਪਿਓ ਵਾਲੇ ਪਾਸਿਓਂ ਨੈਫਿਊ ਹੈਗਾ ਜਾਂ ਮੈਟਰਨਲ ਸਾਈਡ ਜਾਂ ਮਾਂ ਵਾਲੇ ਪਾਸਿਓਂ ਹੈਗਾ। ਪਰ ਸਾਨੂੰ ਪੰਜਾਬੀ 'ਚ ਤਾਂ ਸਾਫ਼ ਪਤਾ ਲੱਗ ਜਾਂਦਾ ਹੈ ਜੋ ਭੈਣ ਦਾ ਮੁੰਡਾ ਹੈ ਉਹਨੂੰ ਅਸੀਂ ਭਾਣਜਾ ਕਹਿੰਦੇ ਹਾਂ ਤੇ ਜੋ ਭਰਾ ਦਾ ਮੁੰਡਾ ਹੈ ਉਹਨੂੰ ਅਸੀਂ ਭਤੀਜਾ ਕਹਿੰਦੇ ਹਾਂ। ਠੀਕ ਹੈ। ਸੋ ਫਿਰ ਕਲਵਰਟਨ ਹੈਡ ਮਰਡਰਡ ਵਿਕਟਰ ਬਾਈ ਪੋਇਜ਼ਨਿੰਗ ਹਿਮ, ਕਲਵਰਟਨ ਨੇ ਵਿਕਟਰ ਨੂੰ ਜ਼ਹਿਰ ਦੇ ਕੇ ਉਹਦਾ ਕਤਲ ਕਰ ਦਿੱਤਾ ਸੀ। ਠੀਕ ਹੈ। ਅੱਛਾ ਬੱਚਿਓ, ਅੱਗੇ ਵਧਣ ਤੋਂ ਪਹਿਲੇ ਮੈਂ ਦੱਸ ਦਵਾਂ ਕਿ ਇਸੀ ਚੈਨਲ ਦੇ ਉੱਤੇ 10th ਕਲਾਸ ਦੀਆਂ ਹੋਰ ਪਲੇਲਿਸਟਾਂ ਵੀ ਹਨ। ਤੁਸੀਂ ਉਹਨਾਂ ਪਲੇਲਿਸਟਾਂ ਤੇ ਜਾ ਕੇ ਇਹਨਾਂ ਵਿਸ਼ਿਆਂ ਜਿਹੜੇ ਉਹ ਵਿਸ਼ੇ ਨੇ ਉਹਨਾਂ ਦਾ ਵੀ ਲਾਹਾ ਲੈ ਸਕਦੇ ਹੋ। ਜਿਵੇਂ 10th ਗ੍ਰਾਮਰ ਹੈਗੀ ਹੈ, ਫਿਰ ਦੂਸਰਾ 10th ਮੇਨ ਕੋਰਸ ਬੁੱਕ ਜਿਹੜੀ ਹੈ ਉਹ ਤੁਹਾਡੀ ਹੱਲ ਕੀਤੀ ਹੋਈ ਹੈ ਉਹ ਵੀ ਹੈਗੀ ਹੈ, ਫਿਰ 10th ਮੈਥ ਸਾਰੀ ਹੱਲ ਕੀਤੀ ਹੋਈ ਹੈਗੀ ਹੈ, ਤੇ 10th ਸਾਇੰਸ ਦੇ ਵਿੱਚ ਨਿਊਮੈਰੀਕਲਸ ਕੁਐਸਚਨ ਆਨਸਰਸ ਤੁਹਾਡੇ ਉਹ ਵੀ ਹੈਗੇ ਨੇ। ਸੋ ਤੁਸੀਂ ਉਹਨਾਂ ਵਿਸ਼ਿਆਂ ਦਾ ਵੀਡੀਓਜ਼ ਵੀ ਦੇਖ ਸਕਦੇ ਹੋ। ਠੀਕ ਹੈ। ਸੋ ਕੁਐਸਚਨ ਨੰਬਰ 15,
यू इन्वर्टेड कॉमा यू डिड इट, कहते ए तू कीता सी। आई विल फॉरगेट एवरीथिंग, मैं हर गल भुला देवांगा। होम्स सेड टू स्मिथ, होम्स ने स्मिथ नूं कहा भी यू डिड इट अर्थात विक्टर दा कतल तू कीता सी। आई विल फॉरगेट एवरीथिंग, ए मैं जिहड़ी तू गल ओहदा कतल कीता सी मैं इस गल नूं भुला दांगा, ठीक है भी तू मैनू ठीक कर। जिहले होम्स इदां एक्टिंग कर रहा सीगा बीमार होने की। सो वट डिड स्मिथ डू एंड हाउ, फिर स्मिथ ने की कीता अते किवें कीता। डिड होम्स रियली मीन वट ही सैड, अर्थात होम्स जो कह रहा सीगा कि वाकई ਉਹਦੇ प्रति ईमानदार सी, वो सच्ची है कह रहा सीगा या एक्टिंग कर रहा सीगा। कहते गिव एग्जाम्पल्स इन सपोर्ट ऑफ योर आंसर, अपने जवाब ਨੂੰ सही ठहराने ਲਈ जायज़ ठहराने ਲਈ ਉਹਦੇ हक ਵਿੱਚ ਤੁਸੀਂ उदाहरण दो। सो ਇਹ ਬੱਚੇ ਥੋੜਾ जवाब ਵੱਡਾ हैगा। Smith had plotted to kill Holmes by poisoning him by sending him a poisoned spring box। पॉइजन लिख लो या इन्फेक्टेड लिख लो, उन्हें इन्फेक्शन करना सी या पॉइजन करना सीगा। जिले इन्फेक्शन आता है बाहरों तो असं भी पॉइजन ही कह दें, ठीक है। सो स्मिथ ने होम्स नूं मारन की साजिश रची सी बाय पॉइजनिंग हिम, उन्होंने मतलब जहर दे के, बाय सेंडिंग हिम अ पॉइजनड स्प्रिंग बॉक्स, उन्होंने स्प्रिंग बॉक्स जोड़ा है जिहदे विच एक तिखी जी मतलब कि सूई निकलनी सीगी। जिले उन्हें उन्होंने डब्बे नूं खोलना सीगा, स्प्रिंग ने भुड़क के उठना सीगा ते उन्होंने ਉਹਦੇ हथ विच चुभना सीगा, तो वो जहर लगी हुई सी तो उन्हें साजिश रची सी होम्स को मारन की। सो नो नहीं, होम्स डिड नॉट मीन वट ही सैड, अर्थात जो होम्स ने कहा ना यू डिड इट आई विल फॉरगेट एवरीथिंग। नो होम्स डिड नॉट मीन वट ही सैड, अर्थात होम्स जो कह रहा सीगा वाकई वो इदा करना नहीं चाहता सीगा, वो सिर्फ उन्होंने ट्रैप कर रहा सीगा। स्मिथ नूं अरेस्ट करने लई, उन्होंने गिरफ्तार करने लई ਉਹਦਾ ਜਿਹੜਾ उन्हें जुर्म किया सीगा उन्होंने इकबाल करवाने लिए उन्होंने तैयार कर रहा सीगा। सो होम्स वाज शैमिंग, शैमिंग होंदा बच्चों एक्टिंग करनी, बहाना करना, झूठ झूठे मुठे है ना। सो होम्स वाज शैमिंग पॉइजनिंग सिम्पटम्स, अर्थात जिहड़ी बीमारी दे अलामतां ने ਉਹਦੀ एक्टिंग कर रहा सीगा, ਉਹਨੂੰ ਹੋਈਆਂ नहीं ਸੀਗੀਆਂ, ਉਹ प्रॉब्लम ਸੀਗੀਆਂ नहीं पर ਉਹਦੀ एक्टिंग कर रहा सी। होम्स वाज शैमिंग, शैमिंग होंदा बच्चों नकल करनी या एक्टिंग करनी। पॉइजनिंग सिम्पटम्स एंड गैटिंग स्मिथ टू कन्फैस टू द क्राइम, तो उन्होंने उस पासे तोड़ रहा कि स्मिथ जिहड़ा है किसी ढंग के नाल अपने जुल्म नूं जिहड़ा उन्हें जुर्म किया सीगा, जिहड़ा उन्हें गुनाह किया सी, मर्डर किया सी अपने भतीजे या भांजे का, उन्होंने उहदे मूँह चों अखवाना चाहता सी। ही सैड दैट ही हैड रिसीव्ड अ बॉक्स बाय पोस्ट, उन्हें उन्होंने कहा, होम्स ने उन्होंने कहा स्मिथ नूं कि मैनू एक डाक राही एक डब्बा आया सीगा। एंड ब्लड केम वैन अ शार्प स्प्रिंग प्रिक्ड हिम ऑन ओपनिंग इट, तो जदों उन्हें उन्होंने खोलिया तो स्प्रिंग भुड़किया तो एक तिखी चीज़ ने उन्होंने मतलब कि सट मारी तो वो खून निकलिया। तो यह गल उन्हें इदा जान के कही भी ताकि जोड़ा स्मिथ है उन्हें यकीन आ जाए कि जोड़ा डब्बा तो उन्हें भेजा सीगा स्मिथ ने, भी उन्होंने पता लग जाए कि मैं जो डब्बा भेजा सी इन्फेक्टेड या पॉइजन डब्बा भेजा सीगा, उन्होंने होम्स ने खोलिया तो वो सूई चुभ गई है तो वो इन्फेक्शन हो गया। तो सारी जो लम्मा पिया है बीमार होके यह सारिया अलामत उस बीमारी करके हैं। सो यह सारी एक्टिंग सी। क्वेश्चन नंबर 16, वाई डिड स्मिथ सेंड इन्फेक्टेड शार्प स्प्रिंग इन एन आइवरी बॉक्स, अर्थात स्मिथ ने वो पॉइजनड या इन्फेक्टेड जड़ा एक तिखा स्प्रिंग सिका आइवरी बॉक्स में क्यों भेजिया। सो जवाब है स्मिथ सेंट एन इन्फेक्टेड शार्प स्प्रिंग इन एन आइवरी बॉक्स टू किल होम्स, होम्स नूं शर्लक होम्स नूं मारन लई उन्हें है इन्फेक्टेड शार्प स्प्रिंग वाला डब्बा भेजा। क्यों, स्मिथ न्यू दैट, होम्स न्यू दैट ही हैड मर्डर्ड हिज नेफ्यू, अर्थात स्मिथ नूं इस गल का पता सी कि होम्स नूं पता है कि स्मिथ ने अपने भतीजे या भांजे नूं कतल किया है। एंड सॉ होम्स एज अ थ्रैट टू हिमसैल्फ, तो वह होम्स नूं अपने वास्ते एक खतरा देख रहा सीगा भी यह डिटेक्टिव तो हैगा ही है, यह कोई सबूत इकट्ठे करेगा तो मेरा पर्दाफाश कर देगा तो मेरे ते केस बन जाएगा तो मैनू जेल हो जाएगी या फांसी हो जाएगी, मैं फड़िया जावांगा। सो इस करके वो सबूत नूं खत्म करना चाहता सी, होम्स नूं खत्म करना चाहता सी, क्योंकि होम्स नूं पता लग गया सीगा कि स्मिथ ने अपने भतीजे भांजे नूं मारिया सी। वाई डिड होम्स आस्क स्मिथ टू टर्न अप दी गैस, अर्थात होम्स ने स्मिथ नूं गैस वधाउण लई क्यों किया, अर्थात जिहड़ी लाट सी लांटन दी उन्हें अद्धी जगाई हुई सी, उन्हें कहा भी इन्हूं पूरी जगा दे, भी इन्हूं टर्न अप द गैस भी गैस वो जी लाइट हैगी है वो वधा दे, ऐदा क्यों किया।
सो जवाब है होम्स आस्क्ड स्मिथ टू टर्न अप द गैस बिकॉज इट वाज अ सिग्नल, क्योंकि यह इशारा सी फॉर इंस्पैक्टर मोटन। इंस्पैक्टर मोटन बाहर उਡੀਕ ਰਿਹਾ ਸੀਗਾ। ਇਹ ਸਾਰਾ ਖੇਲ ਹੋਮਸ ਨੇ ਰਚਿਆ ਹੋਇਆ ਸੀਗਾ ਤੇ ਉਹਨੇ ਇੰਸਪੈਕਟਰ ਉੱਥੇ ਵੇਟ ਕਰ ਰਿਹਾ ਸੀਗਾ ਤੇ ਇਹ ਨਿਸ਼ਾਨੀ ਸੀ। ਉਹਨੇ ਕਿਹਾ ਸੀ ਹੋਮਸ ਨੂੰ ਕਿ ਜਦੋਂ ਮੈਂ ਕਹਾਂਗਾ ਕਿ ਤੂੰ ਇਹ ਲਾਂਟਨ ਜ਼ਿਆਦਾ ਜਗੇਗੀ, ਲਾਈਟ ਵੱਧ ਜਾਏਗੀ, ਅੱਧੀ ਪਹਿਲੇ ਹਨੇਰਾ ਜਾ ਮਤਲਬ ਕਿ ਹਨੇਰਾ ਜਿਹਾ ਸੀਗਾ, ਲਾਈਟ ਘੱਟ ਸੀਗੀ, ਜੋ ਲਾਈਟ ਵਧੇਗੀ ਤੇ ਇੰਸਪੈਕਟਰ ਨੇ ਅੰਦਰ ਆਉਣਾ ਸੀਗਾ। ਸੋ ਇਟ ਵਾਜ਼ ਅ ਸਿਗਨਲ ਫॉर ਇੰਸਪੈਕਟਰ ਮੋਟਨ ਟੂ ਕਮ ਇਨ, ਅੰਦਰ ਆਉਣ ਵਾਸਤੇ, ਐਂਡ ਅਰੈਸਟ ਸਮਿਥ, ਵੀ ਇੰਸਪੈਕਟਰ ਅੰਦਰ ਆਵੇ ਤੇ ਸਮਿਥ ਨੂੰ ਅਰੈਸਟ ਕਰ ਲਵੇ, ਗ੍ਰਿਫਤਾਰ ਕਰ ਲਵੇ। ਕੁਐਸਚਨ ਨੰਬਰ 18, ਹੂ ਅਰੈਸਟਡ ਸਮਿਥ? ਸਮਿਥ ਨੂੰ ਕਿਹਨੇ ਗ੍ਰਿਫਤਾਰ ਕੀਤਾ? ਵਟ ਵਰ ਦੀ ਚਾਰजेस ਅਗੇਂਸਟ ਹਿਮ? ਉਹਦੇ ਖਿਲਾਫ ਕਿਹੜੇ ਇਲਜ਼ਾਮ ਲੱਗੇ ਸੀ? ਸੋ ਇੰਸਪੈਕਟਰ ਮੋਟਨ ਅਰੈਸਟਡ ਸਮਿਥ, ਇੰਸਪੈਕਟਰ ਮੋਟਨ ਨੇ ਉਹਨੂੰ ਸਮਿਥ ਨੂੰ ਗ੍ਰਿਫਤਾਰ ਕੀਤਾ ਤੇ ਚਾਰजेस ਕਿਹੜੇ ਸੀ? ਦੀ ਮਰਡਰ ਆਫ ਵਿਕਟਰ ਸਮਿਥ, ਅਰਥਾਤ ਵਿਕਟਰ ਸਮਿਥ ਦਾ ਕਤਲ, ਐਂਡ ਦੀ ਅਟੈਂਪਟਡ ਮਰਡਰ ਆਫ ਸ਼ਰਲਕ ਹੋਮਸ, ਅਤੇ ਸ਼ਰਲਕ ਹੋਮਸ ਦੇ ਕਤਲ ਦਾ ਕੋਸ਼ਿਸ਼, ਕਤਲ ਦੀ ਯਤਨ, ਵਰ ਦੀ ਚਾਰजेस ਅਗੇਂਸਟ ਹਿਮ। ਇਹ ਬੜੇ ਇਲਜ਼ਾਮ, ਇੱਕ ਕਤਲ ਕਰਨ ਦੀ ਕੋਸ਼ਿਸ਼ ਤੇ ਦੂਜਾ ਕਤਲ, ਇਹ ਦੋ ਇਲਜ਼ਾਮ ਉਹਦੇ ਖਿਲਾਫ ਲੱਗੇ ਸੀ। ਕੁਐਸਚਨ ਨੰਬਰ 19, ਵਾਈ ਡਿਡ ਹੋਮਸ ਪ੍ਰੀਟੈਂਡ ਟੂ ਬੀ ਇਲ? ਹੋਮਸ ਨੇ ਬਿਮਾਰ ਹੋਣ ਦਾ ਬਹਾਨਾ ਕਿਉਂ ਕੀਤਾ? ਠੀਕ ਹੈ, ਹੁਣ ਦੇਖੋ ਇੱਥੇ ਪ੍ਰੀਟੈਂਡ ਹੈਗਾ ਨਾ, ਇੱਥੇ ਡਿਡ ਹੈਗਾ, ਇੱਥੇ ਫਸਟ ਫਾਰਮ ਪ੍ਰੀਟੈਂਡ ਦੀ। ਜਦੋਂ ਅਸੀਂ ਜਵਾਬ ਦੇਵਾਂਗੇ ਡਿਡ ਕਰਕੇ ਪ੍ਰੀਟੈਂਡ ਦਾ ਬਣ ਜਾਏਗਾ ਪ੍ਰੀਟੈਂਡਡ। ਜਦੋਂ ਵੀ ਸਵਾਲ ਦੇ ਵਿੱਚ ਡਿਡ ਆਵੇ ਤੇ ਜਵਾਬ ਦੇ ਵਿੱਚ ਵਰਬ ਦੀ ਸੈਕਿੰਡ ਫਾਰਮ ਹੋ ਜਾਂਦੀ ਹੈ। ਇਹ ਗੱਲ ਬਾਰ-ਬਾਰ ਮੈਂ ਕਹਿੰਦਾ ਤਾਂ ਕਿ ਤੁਹਾਨੂੰ ਪੱਕੀ ਤਰ੍ਹਾਂ ਯਾਦ ਹੋ ਜਾਏ। ਵਟ ਡਿਡ ਹੀ ਡੂ ਐਂਡ ਸੇ ਟੂ ਅਪੀਅਰ ਇਲ, ਅਰਥਾਤ ਉਹਨੇ ਕੀ ਕੀਤਾ ਅਤੇ ਕੀ ਕਿਹਾ ਜਿਹਦੇ ਨਾਲ ਲੱਗੇ ਕਿ ਉਹ ਬਿਮਾਰ ਹੈ। ਸੋ ਹੋਮਸ ਪ੍ਰੀਟੈਂਡਡ ਟੂ ਬੀ ਇਲ ਟੂ ਗੈਟ ਸਮਿਥ ਟੂ ਕਿਉਰ ਹਿਮ ਐਂਡ ਦਸ ਕੈਚ ਹਿਮ, ਅਰਥਾਤ ਹੋਮਸ ਨੇ ਬਿਮਾਰ ਹੋਣ ਦਾ ਬਹਾਨਾ ਤਾਂ ਕੀਤਾ ਤਾਂ ਕਿ ਕਿਸੇ ਤਰ੍ਹਾਂ ਸਮਿਥ ਉਹਦੇ ਕੋਲ ਆਵੇ, ਉਹਨੂੰ ਠੀਕ ਕਰੇ, ਠੀਕ ਕਰਨ ਵਾਸਤੇ ਆਵੇ, ਤੇ ਕਿਉਂਕਿ ਉਹਨੂੰ ਬਿਮਾਰੀਆਂ ਦਾ ਪਤਾ ਸੀਗਾ ਤੇ ਇਸ ਤਰ੍ਹਾਂ ਉਹਨੂੰ ਫੜ ਲਵੇ, ਗ੍ਰਿਫਤਾਰ ਕਰਵਾ ਦੇਵੇ। ਤੇ ਉਹਨੇ ਕਿੱਦਾਂ ਕੀਤਾ? ਹੀ ਫਾਸਟਡ ਫॉर 3 days, ਅਰਥਾਤ 3 ਦਿਨਾਂ ਤੱਕ ਉਹਨੇ ਵਰਤ ਰੱਖਿਆ, ਉਹਨੇ ਖਾਧਾ ਪੀਤਾ ਕੁਛ ਨਹੀਂ ਤੇ 3 ਦਿਨਾਂ 'ਚ ਉਹ ਇੱਕਦਮ ਕਮਜ਼ੋਰ ਜਿਹਾ ਹੋ ਗਿਆ, ਮਾੜਾ ਹੋ ਗਿਆ। ਡਿਡ ਦੀ ਨੈਸੈਸਰੀ ਮੇਕਅਪ, ਤੇ ਫਿਰ ਉਹਨੇ ਲੋੜੀਂਦਾ ਇੱਕ ਮੇਕਅਪ ਵੀ ਕਰ ਲਿਆ, ਬਿਮਾਰੀ ਵਾਲਾ ਮੇਕਅਪ ਕੀਤਾ। ਐਂਡ ਸਪੋਕ ਡਿਲੀਰੀਅਸਲੀ, ਡਿਲੀਰੀਅਸਲੀ ਉਹਨੇ ਬਾਦ ਆਇਆ ਵਾਂਗੂ ਬੋਲਣਾ, ਬੌਂਦਲ ਕੇ ਬੋਲਿਆ, ਵੀ ਜਿਹੜਾ ਬੰਦਾ ਬੋਲਦਾ ਨਾ ਵੀ ਉਹ ਕਹਿੰਦਾ ਬੰਦਾ ਹੋਸ਼ ਨਹੀਂ ਹੈਗਾ, ਮਦਹੋਸ਼ ਜਿਹਾ ਹੈਗਾ ਜਾਂ ਅੱਧ ਸੁੱਤਾ ਜਿਹਾ ਹੈਗਾ, ਵੀ ਜਦੋਂ ਬੰਦਾ ਦਿਮਾਗ ਪੂਰੀ ਤਰ੍ਹਾਂ ਕੰਮ ਨਾ ਕਰੇ, ਬੌਂਦਲਿਆ ਜਿਹਾ ਹੋਵੇ, ਬਿਮਾਰੀ ਦੀ ਇਹ ਨਿਸ਼ਾਨੀ ਸੀਗੀ। ਸੋ ਹੀ ਸਪੋਕ ਡਿਲੀਰੀਅਸਲੀ ਟੂ ਅਪੀਅਰ ਇਲ, ਅਰਥਾਤ ਬਿਮਾਰੀ ਦੀ ਐਕਟਿੰਗ ਕਰਨ ਲਈ ਉਹਨੇ ਇਹ ਸਭ ਕੀਤਾ। 3 ਦਿਨ ਤੋਂ ਉਹਨੇ ਖਾਧਾ ਪੀਤਾ ਕੁਛ ਨਹੀਂ, ਮੇਕਅਪ ਕੀਤਾ ਤੇ ਡਿਲੀਰੀਅਸਲੀ ਉਹਨੇ ਗੱਲਬਾਤ ਕੀਤੀ ਤਾਂ ਕਿ ਸਮਿਥ ਨੂੰ ਚੰਗੀ ਤਰ੍ਹਾਂ ਯਕੀਨ ਆ ਜਾਏ ਕਿ ਇਹਨੂੰ ਉਹ ਸਪਰਿੰਗ ਦਾ ਇਨਫੈਕਸ਼ਨ ਜਿਹੜਾ ਹੈ, ਜ਼ਹਿਰ ਹੈਗੀ ਹੈ, ਉਹ ਲੱਗ ਚੁੱਕੀ ਹੈ। ਕੁਐਸਚਨ ਨੰਬਰ 20 ਬੱਚੋ, ਆਖਰੀ ਸਵਾਲ ਆ ਗਿਆ ਤੁਹਾਡਾ। ਸ਼ੁੱਡ ਹੋਮਸ ਹੈਵ ਸਪੋਕਨ ਸੋ ਰੂਡਲੀ ਟੂ ਵਾਟਸਨ? ਕੀ ਹੋਮਸ ਨੂੰ ਵਾਟਸਨ ਆਪਣੇ ਦੋਸਤ ਦੇ ਨਾਲ, ਜੋ ਉਹਦਾ ਡਾਕਟਰ ਦੋਸਤ ਸੀਗਾ, ਵਾਟਸਨ ਦੇ ਨਾਲ ਇੱਦਾਂ ਬਦਤਮੀਜ਼ੀ ਨਾਲ ਗੱਲ ਕਰਨੀ ਚਾਹੀਦੀ ਸੀਗੀ? ਫਿਰ ਕਿਉਂ? ਕਿਉਂਕਿ ਉਹਨੇ ਉਹਨਾਂ ਬੜਾ ਰੂਡਲੀ ਨਾਲ ਕੀਤੀ, ਕਹਿੰਦਾ ਤੂੰ ਇੱਦਾਂ ਨਾ ਕਰ, ਮੇਰੀ ਚੀਜ਼ਾਂ ਨੂੰ ਹੱਥ ਨਾਲ ਲਾ, ਮੇਰੇ ਨੇੜੇ ਨਹੀਂ ਆਉਣਾ। ਉਹਨੂੰ ਬੜਾ ਉਹ ਔਖਾ ਹੋ ਕੇ ਬੋਲਿਆ ਸੀ ਵਾਟਸਨ ਨੂੰ, ਤੇ ਕਹਿੰਦੇ ਕਿ ਉਹਨੂੰ ਇੱਦਾਂ ਬੋਲਣਾ ਚਾਹੀਦਾ ਸੀਗਾ। ਸੋ ਜਵਾਬ ਬੱਚਿਓ, ਹੋਮਸ ਸਪੀਕਿੰਗ ਰੂਡਲੀ ਟੂ ਵਾਟਸਨ ਵਾਜ਼ ਮੇਅਰਲੀ ਐਕਟਿੰਗ। ਉਹ ਸੱਚੀ ਮੁੱਚੀ ਬਦਤਮੀਜ਼ੀ ਨਾਲ ਨਹੀਂ ਬੋਲ ਰਿਹਾ ਸੀਗਾ, ਇਹ ਸਾਰੀ ਐਕਟਿੰਗ ਸੀਗੀ। ਸੋ ਹੋਮਸ ਮਲੀ ਇਸ ਤੋਂ ਅੱਗੇ ਅਪੋਸਟ੍ਰੋਫੀ ਹੈ। ਹੋਮਸ ਸਪੀਕਿੰਗ ਅਰਥਾਤ ਹੋਮਸ ਦਾ ਬੋਲਣਾ ਰੂਡਲੀ, ਬਦਤਮੀਜ਼ੀ ਨਾਲ, ਰੁੱਖੇ ਹੋ ਕੇ ਬੋਲਣਾ ਵਾਟਸਨ ਦੇ ਨਾਲ, ਵਾਜ਼ ਮੇਅਰਲੀ ਐਕਟਿੰਗ, ਇਹ ਸਿਰਫ ਇੱਕ ਡਰਾਮਾ ਸੀ। ਟੂ ਮੇਕ ਹਿਮ ਬਿਲੀਵ ਦੈਟ ਹੀ ਵਾਜ਼ ਕ੍ਰਿਟੀਕਲੀ ਇਲ ਐਂਡ ਡਾਇੰਗ, ਤਾਂ ਕਿ ਉਹਨੂੰ ਉਹ ਯਕੀਨ ਦਿਵਾਵੇ ਕਿ ਉਹ ਬੜੇ ਗੰਭੀਰ ਰੂਪ 'ਚ ਬਿਮਾਰ ਸੀ ਅਤੇ ਮਰਨ ਕਿਨਾਰੇ ਸੀ। ਹੀ ਪੁੱਟ ਅਪ ਦਿਸ ਐਕਟ, ਉਹਨੇ ਇਹ ਰੋਲ ਤਾਂ ਅਦਾ ਕੀਤਾ। ਪੁੱਟ ਅਪ ਦਿਸ ਐਕਟ ਮੈਨੇ ਉਹਨੇ ਇਹ ਬਹਾਨਾ ਜਾਂ ਮਤਲਬ ਕਿ ਇਹ ਐਕਟਿੰਗ ਤਾਂ ਕੀਤੀ ਬਿਕੋਜ਼ ਹੀ ਵਾਂਟਿਡ ਕਲਵਰਟਨ ਸਮਿਥ ਟੂ ਕਮ ਟੂ ਹਿਮ ਐਂਡ ਕਿਉਰ ਹਿਮ, ਕਿਉਂਕਿ ਉਹ ਚਾਹੁੰਦਾ ਸੀਗਾ ਕਿ ਕਲਵਰਟਨ ਸਮਿਥ ਉਹਦੇ ਕੋਲ ਆਵੇ ਤੇ ਉਹਨੂੰ ਠੀਕ ਕਰੇ, ਅਰਥਾਤ ਠੀਕ ਕਰਨ ਮਤਲਬ ਵਾਸਤੇ ਆਵੇ ਤੇ ਉਹ ਫਿਰ ਉਹਨੂੰ ਉਹ ਅਰੈਸਟ ਕਰਵਾ ਦੇਵੇ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੇ ਇਸ ਲੈਸਨ ਦੇ ਅਗਲੇ ਬਚਦੇ ਆਖਰੀ 10 ਕੁਐਸਚਨਸ ਤੇ ਇਸ ਦੇ ਨਾਲ ਹੀ ਤੁਹਾਡਾ ਇਹ ਵਾਲਾ ਲੈਸਨ ਸਮਾਪਤ ਹੁੰਦਾ ਹੈ। ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।